ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਧੰਨ ਗੁਰੂ ਨਾਨਕ ਦਰਸ਼ਨ ਜੀ ਦੇ ਤਹਿਤ ਚੱਲ ਰਹੀ ਲੜੀਵਾਰ ਪ੍ਰਸੰਗ ਦੀ ਅਗਲੀ ਕਥਾ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਬਚਪਨ ਦੇ ਵਿੱਚ ਆਪਣੀ ਮੌਜ ਦੇ ਵਿੱਚ ਆਪਣੀ ਬਾਲ ਲੀਲਾ ਕਰਦੇ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਜਦ ਅੰਮ੍ਰਿਤ ਵੇਲਾ ਹੁੰਦਾ ਸੀਗਾ, ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਸਾਰੇ ਡੰਗਰ ਮੱਝਾਂ ਗਾਵਾਂ ਖੋਲ੍ਹ ਕੇ ਜੰਗਲ ਦੇ ਵੱਲ ਸਾਰੇ ਜਾਨਵਰਾਂ ਨੂੰ ਲੈ ਜਾਂਦੇ ਸੀਗੇ ਅਤੇ ਉਹਨਾਂ ਨੂੰ ਖੁੱਲ੍ਹੇ ਛੱਡ ਦਿੰਦੇ ਸੀਗੇ ਚੁਗਣ ਵਾਸਤੇ। ਅਤੇ ਆਪ ਇੱਕ ਸੁੰਦਰ ਦਰੱਖਤ ਦੇਖ ਕੇ ਉਹਦੇ ਥੱਲੇ ਬੈਠ ਜਾਂਦੇ ਸੀਗੇ ਅਤੇ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਜੁੜ ਜਾਂਦੇ ਸੀਗੇ। ਇਸ ਤਰ੍ਹਾਂ ਇਹ ਜਿਹੜਾ ਸਮਾਂ ਸੀਗਾ ਨਾ, ਬੜਾ ਸੁਖਦਾਈ ਚੱਲਦਾ ਰਿਹਾ ਹੈ। ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੌਤ ਦੇ ਵਿੱਚ ਆਈ ਆ, ਇੱਕ ਦਰੱਖਤ ਦੇ ਪੱਤੇ ਇਕੱਠੇ ਕੀਤੇ ਆ, ਉਹਦੀ ਇੱਕ ਸੇਜ ਬਣਾਈ ਆ। ਉਹ ਸੇਜਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਜਿਹੜਾ ਹੈ ਨਾ ਚਿੱਟਾ ਚਾਦਰਾ ਸੀਗਾ ਉਹਨਾਂ ਪੱਤਿਆਂ ਉੱਪਰ ਵਿਛਾਇਆ ਅਤੇ ਆਪ ਗੁਰੂ ਸਾਹਿਬ ਉਹਦੇ ਉੱਤੇ ਲੇਟ ਗਏ। ਲੇਟੇ ਹਨ ਆਪਣੇ ਆਪ ਦੇ ਧਿਆਨ ਦੇ ਵਿੱਚ ਜਦ ਅੱਖਾਂ ਮੀਟ ਕੇ ਲੰਮੇ ਪਏ ਆ। ਇਸ ਤਰ੍ਹਾਂ ਲੰਮਾ ਪਿਆ ਆਪਣੀ ਮੌਜ ਦੇ ਵਿੱਚ ਜਦ 6 ਘੜੀਆਂ ਬੀਤੀਆਂ ਅਤੇ ਉੱਧਰ ਜਦੋਂ ਸੂਰਜ ਦੀ ਜਿਹੜੀ ਟਿੱਕੀ ਸੀਗੀ ਆਪਣੇ ਨੇਮ ਦੇ ਅਨੁਸਾਰ ਘੁੰਮ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸੇ 'ਤੇ ਆਈ ਆ ਅਤੇ ਸੂਰਜ ਦੀ ਟਿੱਕੀ ਦੀਆਂ ਜਿਹੜੀਆਂ ਨਾ ਕਿਰਨਾਂ ਸੀਗੀਆਂ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ 'ਤੇ ਸਿੱਧੀਆਂ ਪੈ ਰਹੀਆਂ ਸੀਗੀਆਂ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ 'ਤੇ ਸਿੱਧੀਆਂ ਟਿੱਕੀਆਂ ਪਈਆਂ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ ਦੇ ਉੱਤੇ ਜਦ ਗਰਮੀ ਦੀਆਂ ਕੁਛ ਬੂੰਦਾਂ ਜਿਹੜੀਆਂ ਹਨ ਚਮਕੀਆਂ ਹੈਗੀਆਂ ਅਤੇ ਇਹ ਜਿਹੜੀ ਹੈ ਨਾ ਵਿਚਿੱਤਰ ਦਰਸ਼ਨਾਂ ਦੀ ਖੇਡ ਸੀ। ਇਹਨੂੰ ਸ਼ੇਸ਼ ਨਾਗ ਜਿਹੜੇ ਸੀਗੇ ਬੜੇ ਪਿਆਰ ਦੇ ਨਾਲ ਤੱਕ ਰਹੇ ਸੀਗੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰੇਮ ਸ਼ਰਧਾ ਦੇ ਰੂਪ ਦੇ ਵਿੱਚ। ਫਿਰ ਉਹਨਾਂ ਨੇ ਦੇਖਿਆ ਕਿ ਇਹ ਬੜਾ ਹੁਣ ਸੁੰਦਰ ਮੌਕਾ ਹੈਗਾ ਕਿ ਉਹਨਾਂ ਆਪ ਜਾ ਕੇ ਧੰਨ ਨਿਰੰਕਾਰ ਮਹਾਰਾਜ ਦੇ ਇਸ ਰੂਪ ਦੀ ਸੇਵਾ ਕੀਤੀ ਜਾਵੇ। ਸੋ ਇਹ ਵਿਚਾਰ ਜਦ ਸ਼ੇਸ਼ ਨਾਗ ਜੀ ਦੇ ਮਨ ਵਿੱਚ ਆਈ ਆ, ਸੋ ਉਸੇ ਟਾਈਮ ਆਪਣਾ ਜਿਹੜਾ ਨਾ ਰੂਪ ਧਾਰ ਕੇ ਇੱਕ ਖੁੱਡ ਦੇ ਵਿੱਚੋਂ ਪ੍ਰਗਟ ਹੋਏ ਆ। ਉਸ ਖੁੱਡ 'ਚੋਂ ਪ੍ਰਗਟ ਹੋ ਕੇ ਜਦ ਬਾਹਰ ਨਿਕਲੇ ਆ ਅਤੇ ਉਹਨਾਂ ਨੇ ਆਪਣਾ ਰੂਪ ਸਿੱਧਾ ਸਫੇਦ ਦੁਧੀਆ ਰੰਗ ਦਾ ਧਾਰਿਆ ਹੈਗਾ। ਜਦ ਸਫੇਦ ਦੁਧੀਆ ਰੰਗ ਦਾ ਰੂਪ ਧਾਰ ਕੇ ਬਿਲਕੁਲ ਚਿੱਟੇ ਰੰਗ ਦੇ ਆਕਾਰ ਦੇ ਵਿੱਚ ਸ਼ੇਸ਼ ਨਾਗ ਜਿਹੜੇ ਸੀਗੇ ਬਾਹਰ ਨਿਕਲੇ। ਉਹਨਾਂ ਨੇ ਆਉਂਦਿਆਂ ਹੀ ਉਸ ਪਾਸੇ ਵੱਲ ਖੜ੍ਹੇ ਹੋਏ ਆ ਜਿਸ ਪਾਸੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ 'ਤੇ ਪੈ ਰਹੀਆਂ ਸੀਗੀਆਂ। ਇੱਥੇ ਹੀ ਸ਼ੇਸ਼ ਨਾਗ ਨੇ ਆਪਣਾ ਚਿੱਟਾ ਦੁਧੀਆ ਰੰਗ ਦਾ ਫਨ ਪੂਰੇ ਜੋਬਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਿਹਰੇ ਵੱਲ ਨੂੰ ਵਧਾਇਆ ਹੈਗਾ ਅਤੇ ਸੂਰਜ ਦੀਆਂ ਜਿਹੜੀ ਤਪਸ਼ ਸੀਗੀ ਹੈ ਨਾ ਉਹਨੂੰ ਰੋਕ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ ਦੇ ਉੱਤੇ ਛਾਂ ਕਰ ਦਿੱਤੀ। ਜਦ ਛਾਂ ਕਰਕੇ ਸ਼ੇਸ਼ ਨਾਗ ਮਹਾਰਾਜ ਜਿਹੜੇ ਸੀਗੇ ਇਸ ਤਰ੍ਹਾਂ ਸੇਵਾ ਕਰਕੇ ਮਨ ਹੀ ਮਨ ਜਿਹੜੇ ਸੀ ਬਹੁਤ ਪ੍ਰਸੰਨ ਹੋ ਰਹੇ ਸੀ। ਜਿਉਂ ਕਹਿ ਲਓ ਕਿ ਉਹਨਾਂ ਦੇ ਮਨ ਦੀ ਜਿਹੜੀ ਕਰੋੜਾਂ ਸਾਲਾਂ ਦੀ ਤਪੱਸਿਆ ਸੀ ਹੈ ਨਾ, ਇਸ ਤਪੱਸਿਆ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ 'ਤੇ ਛਾਂ ਕਰਕੇ ਭਾਗ ਲੱਗ ਰਹੇ ਸੀ। ਅਤੇ ਇੱਧਰੋਂ ਅਚਨਚੇਤ ਰਾਏ ਬੁਲਾਰ ਮਹਾਰਾਜ ਆਪਣੀਆਂ ਫੌਜਾਂ ਅਤੇ ਘੋੜਿਆਂ ਸਮੇਤ ਜਦ ਉਸ ਰਸਤੇ ਥਾਣੀ ਲੰਘ ਰਹੇ ਸੀ ਤਾਂ ਉਹਨਾਂ ਦੀ ਅਚਨਚੇਤ ਨਜ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਪਈ ਆ। ਪਰ ਉਹਨਾਂ ਨੂੰ ਇਹ ਝੋਲਾ ਪਿਆ ਹੈਗਾ ਕਿ ਕਿਵੇਂ ਕੋਈ ਜਿਹੜਾ ਮਨੁੱਖ ਹੈਗਾ ਜਾਂ ਕੋਈ ਰਾਹਗੀਰ ਹੈਗਾ ਉਹ ਕਿਵੇਂ ਧੁੱਪ ਦੇ ਵਿੱਚ ਚਿੱਟਾ ਕੱਪੜਾ ਲੈ ਕੇ ਉਹਦੇ ਵਿੱਚ ਜਿਹੜਾ ਹੈ ਨਾ ਆਪਣੀ ਮੌਜ ਦੇ ਵਿੱਚ ਲੰਮਾ ਪਿਆ ਹੈਗਾ। ਪਰ ਜਦੋਂ ਰਾਏ ਬੁਲਾਰ ਮਹਾਰਾਜ ਜੀ ਕੋਲ ਆਏ ਆ, ਉਹਨਾਂ ਨੇ ਕੋਲ ਆ ਕੇ ਜਦ ਥੋੜ੍ਹਾ ਜਿਹਾ ਤੱਕਿਆ ਅਤੇ ਕੀ ਦੇਖਿਆ, ਇੱਕ ਚਿੱਟੇ ਰੰਗ ਦੀ ਕੈਨਾਤ ਦਾ ਜਿਹੜਾ ਹੈ ਨਾ ਝਲਕਾ ਰਾਏ ਬੁਲਾਰ ਜੀ ਨੂੰ ਪਿਆ ਹੈਗਾ। ਅਤੇ ਪਰ ਜਦੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਗੌਰ ਨਾਲ ਤੱਕਿਆ ਤਾਂ ਕੀ ਦੇਖਿਆ, ਇੱਕ ਚਿੱਟਾ ਦੁਧੀਆ ਸਫੇਦ ਰੰਗ ਦਾ ਸ਼ੇਸ਼ ਨਗ ਉਹਨੇ ਆਪਣਾ ਪੂਰਾ ਫਨ ਜਿਹੜਾ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਿਹਰੇ ਦੇ ਉੱਤੇ ਪੂਰੀ ਤਰ੍ਹਾਂ ਫੈਲਾਇਆ ਹੋਇਆ ਹੈਗਾ ਅਤੇ ਇੱਕ ਸੂਰਜ ਦੀਆਂ ਕਿਰਨਾਂ ਨੂੰ ਰੋਕ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਪਰ ਛਾਂ ਕੀਤੀ ਆ। ਇਹ ਤੱਕਦੇ ਸਾਰੀ ਰਾਏ ਬੁਲਾਰ ਜਿਹੜੇ ਸੀਗੇ ਬੜੇ ਚਕਰਤ ਰਹਿ ਗਏ, ਮਨ ਵਿੱਚ ਸੋਚਣ ਲੱਗੇ ਕਿ ਕਿਹੋ ਜਿਹੀ ਲੀਲਾ ਹੈਗੀ ਆ ਕਿ ਇੱਕ ਥੱਲੇ ਸਧਾਰਨ ਜਿਹੜੇ ਹੈਗੇ ਕੋਈ ਬਾਲਕ ਲੰਮੇ ਪਏ ਆ ਅਤੇ ਸ਼ੇਸ਼ ਨਾਗ ਮਹਾਰਾਜ ਉਹਨਾਂ ਨੂੰ ਛਾਂ ਕਰਕੇ ਜਿਹੜਾ ਹੈਗਾ ਉਹਦੇ ਉੱਤੇ ਬੜੀ ਮਸਤੀ ਦੇ ਉੱਤੇ ਝੂਮ ਰਿਹਾ ਹੈਗਾ। ਪਰ ਥੋੜ੍ਹਾ ਜਿਹਾ ਜਦ ਰਾਏ ਬੁਲਾਰ ਜੀ ਘੋੜੇ ਤੋਂ ਉਤਰ ਕੇ ਆਪਣੇ ਅਹਿਲਕਾਰਾਂ ਦੇ ਨਾਲ ਥੋੜ੍ਹਾ ਜਿਹਾ ਕੋਲ ਜਾ ਕੇ ਜਾਣ ਦਾ ਹੌਸਲਾ ਕੀਤਾ ਤਾਂ ਉਹਨਾਂ ਦਾ ਖੜਕਾ ਸੁਣ ਕੇ ਜਿਹੜੇ ਸ਼ੇਸ਼ ਨਾਗ ਸੀਗੇ ਇਹਨਾਂ ਨੇ ਆਪਣਾ ਫਨ ਜਿਹੜਾ ਸੀਗਾ ਸਮੇਟ ਲਿਆ ਅਤੇ ਆਪ ਇੱਕ ਖੁੱਡ ਵੱਲ ਚਲੇ ਗਏ। ਜਦ ਰਾਏ ਬੁਲਾਰ ਮਹਾਰਾਜ ਉਸ ਆਸਣ ਦੇ ਕੋਲ ਪਹੁੰਚੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸੀਗੇ ਆਪਣੇ ਨਿੱਜ ਸਰੂਪ ਦੇ ਵਿੱਚ ਮਸਤੀ ਵਿੱਚ ਲੇਟੇ ਹੋਏ ਸੀਗੇ, ਤਾਂ ਇਹਨਾਂ ਦਾ ਖੜਕਾ
ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇਤਰ ਖੋਲ੍ਹੇ ਆ ਤੇ ਜਦ ਕੀ ਦੇਖਿਆ, ਰਾਏ ਬੁਲਾਰ ਆਪਣੇ ਅਹਿਲਕਾਰਾਂ ਨਾਲ ਸਾਹਮਣੇ ਖੜਾ ਹੈਗਾ। ਪਰ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਦੀ ਚਿਹਰੇ ਨੂੰ ਤੱਕਦਾ ਹੈਗਾ, ਕਦੀ ਸਰੀਰ ਨੂੰ ਤੱਕਦਾ ਹੈਗਾ ਤੇ ਕਦੀ ਸ਼ੇਸ਼ ਨਾਗ ਬਾਰੇ ਸੋਚਦਾ ਹੈਗਾ। ਬਸ ਇਸ ਤਰ੍ਹਾਂ ਸੋਚ ਕੇ ਰਾਏ ਬੁਲਾਰ ਜਿਹੜੇ ਸੀਗੇ ਉਹ ਆਪਣੇ ਮਨ ਹੀ ਮਨ ਜਿਹੜੇ ਸੀ ਇਹ ਸੋਚ ਦੇ ਵਿੱਚ ਬੜੇ ਆਨੰਦ ਦੇ ਵਿੱਚ ਮਸਤ ਹੋ ਰਹੇ ਸੀਗੇ। ਪਰ ਯਕਦਮ ਹੀ ਅੰਦਰੋਂ ਛਾਲਾ ਆਇਆ ਤੇ ਰਾਏ ਬੁਲਾਰ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੀ ਗਲਵਕੜੀ ਦੇ ਵਿੱਚ ਲਿਆ ਹੈਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮੱਥਾ ਚੁੰਮਿਆ ਹੈਗਾ। ਉਸ ਤੋਂ ਬਾਅਦ ਫਿਰ ਰਾਏ ਬੁਲਾਰ ਜਿਹੜੇ ਸੀਗੇ ਆਪਣੇ ਸਾਥੀਆਂ ਸਮੇਤ ਜਦ ਆਪਣੇ ਘਰ ਦੇ ਵਿੱਚ ਪਹੁੰਚੇ ਆ, ਸਾਰੀ ਰਾਤ ਰਾਏ ਬੁਲਾਰ ਜੀ ਸੁੱਤੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਕੌਤਕ ਦੇਖ ਕੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਤੇ ਇੱਕ ਚਿੱਟੀਆ ਦੁੱਧੀਆ ਸਫੇਦ ਰੰਗ ਵਾਲੇ ਸੱਪ ਨੇ ਜਿਹੜੀ ਨਾ ਛਾਂ ਕੀਤੀ ਆ। ਇਹ ਜਿਹੜੇ ਸੋਚਦੇ ਸੀਗੇ ਹਜੇ ਇਹ ਜਿਹੜੇ ਇਹ ਜੋ ਰੱਬੀ ਜੋਤ ਹੈਗੀ ਆ ਇਹ ਬਿਲਕੁਲ ਹਜੇ ਬਾਲਪਨ ਵਿੱਚ ਹੈਗੀ ਆ, ਪਰ ਜਦ ਜਵਾਨ ਹੋਏਗੀ ਕਿੰਨੀ ਦੁਨੀਆ ਦਾ ਆਧਾਰ ਕਰੇਗੀ। ਇਹਦੇ ਵਿੱਚ ਰਾਏ ਬੁਲਾਰ ਜੀ ਦੀ ਸੋਚਣ ਦੀ ਲੜੀ ਸੀਗੀ ਇੱਥੇ ਤੱਕ ਪਹੁੰਚੀ ਆ ਕਿ ਜਦ ਸਮਾਂ ਆਏਗਾ ਤਾਂ ਮੇਰਾ ਵੀ ਗੁਰੂ ਨਾਨਕ ਸਾਹਿਬ ਫਿਰ ਆਧਾਰ ਕਰਨਗੇ, ਮੇਰੇ ਵੀ ਜਿਹੜੇ ਸਾਰੇ ਦੁੱਖ ਕੱਢ ਕੇ ਇਸ ਲੋਕ ਤੇ ਪਰਲੋਕ ਦੇ ਵਿੱਚ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਣਗੇ। ਇਹ ਸੋਚ ਕੇ ਸਾਰੀ ਰਾਤ ਰਾਏ ਬੁਲਾਰ ਦੀ ਜਿਹੜੀ ਬੜੀ ਪ੍ਰਸੰਨਤਾ ਦੇ ਨਾਲ ਲੰਘੀ ਆ। ਜਦ ਅੰਮ੍ਰਿਤ ਵੇਲਾ ਹੋਇਆ, ਰਾਏ ਬੁਲਾਰ ਜੀ ਨੇ ਉਸੇ ਟਾਈਮ ਆਪਣੇ ਇੱਕ ਨੌਕਰ ਨੂੰ ਸੱਦ ਕੇ ਯਕਦਮ ਹੀ ਬਾਬਾ ਕਾਲੂ ਜੀ ਪਾਸ ਭੇਜ ਕੇ ਇਹ ਕਿਹਾ ਹੈ ਕਿ ਉਹਨਾਂ ਨੂੰ ਕਹੋ ਕਿ ਹੁਣ ਇਹ ਮੈਨੂੰ ਆ ਕੇ ਮਿਲਣ। ਜਦ ਬਾਬਾ ਕਾਲੂ ਜੀ ਰਾਏ ਬੁਲਾਰ ਜੀ ਦਾ ਸੁਨੇਹਾ ਸੁਣ ਕੇ ਰਾਏ ਬੁਲਾਰ ਜੀ ਦੇ ਘਰ ਪਹੁੰਚੇ ਆ, ਫਿਰ ਰਾਏ ਬੁਲਾਰ ਜੀ ਨੇ ਕਾਲੂ ਨੂੰ ਆਪਣੀ ਗਲਵਕੜੀ 'ਚ ਲਿਆ ਹੈ ਤੇ ਲੈ ਕੇ ਇਹ ਗੱਲ ਆਖੀ ਆ ਕਿ ਤੂੰ ਬਹੁਤ ਵੱਡੇ ਭਾਗਾਂ ਵਾਲਾ ਹੈਗਾ ਕਿ ਤੇਰੇ ਘਰ ਆਪ ਅੱਲਾ ਨੇ ਤੇਰੇ ਘਰ ਆ ਕੇ ਅਵਤਾਰ ਧਾਰਿਆ ਹੈਗਾ। ਤੇ ਜੋ ਸ਼ੇਸ਼ ਨਾਗ ਦੀ ਜਿਹੜੀ ਛਾਂ ਕੀਤੀ ਸੀ ਇਹਦੀ ਸਾਰੀ ਘਟਨਾ ਬਾਬਾ ਕਾਲੂ ਜੀ ਨੇ ਸੁਣਾਈ ਆ। ਪਰ ਬਾਬਾ ਕਾਲੂ ਜੀ ਨੇ ਇਹ ਸਾਰੀ ਘਟਨਾ ਜਦੋਂ ਰਾਏ ਬੁਲਾਰ ਜੀ ਤੋਂ ਸੁਣੀ ਆ, ਪਰ ਮਨ ਹੀ ਮਨ ਬੜੇ ਪ੍ਰਸੰਨ ਹੋਏ। ਪਰ ਅੰਤਰਾਤਮੀ ਸੋਚਣ ਲੱਗੇ ਕਿ ਗੁਰੂ ਨਾਨਕ ਸਾਹਿਬ ਦੀ ਸਿਫਤ ਤਾਂ ਜਿਹੜੇ ਸਾਰੇ ਹੀ ਕਰਦੇ ਹੈਗੇ ਆ, ਪਰ ਮੈਨੂੰ ਤਾਂ ਐਸੀ ਕੋਈ ਇਹਨਾਂ ਵਿੱਚ ਗੱਲ ਜਿਹੜੀ ਨਜ਼ਰ ਨਹੀਂ ਆਈ ਆ ਵੀ ਜਿਹਦੇ ਕਰਕੇ ਮੈਂ ਕਹਿ ਸਕਾਂਗੇ ਮੇਰੇ ਜਿਹੜੇ ਹੈ ਨਾ ਧੰਨ ਭਾਗ ਆ ਜਾਂ ਮੇਰਾ ਪੁੱਤਰ ਜਿਹੜਾ ਹੈ ਨਾ ਇਸ ਤਰ੍ਹਾਂ ਅਰਸ਼ ਤੇ ਕੁਰਸ ਦਾ ਮਾਲਕ ਹੈਗਾ। ਇਹ ਸੋਚ ਕੇ ਬਾਬਾ ਕਾਲੂ ਜੀ ਜਿਹੜੇ ਸੀਗੇ ਰਾਏ ਬੁਲਾਰ ਤੋਂ ਵਿਦਾ ਲੈ ਕੇ ਆਪਣੇ ਘਰ ਚੱਲ ਗਏ। ਪਰ ਇੱਧਰ ਰਾਏ ਬੁਲਾਰ ਮਹਾਰਾਜ ਜਿਹੜੇ ਸੀਗੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਦੇ ਇੱਧਰ ਬਾਬੇ ਨਾਨਕ ਦਾ ਪ੍ਰੇਮ ਤੇ ਪਿਆਰ ਹੋਰ ਦਿਨ ਦੁੱਗਣਾ ਤੇ ਚੌਗੁਣਾ ਵਧਣ ਲੱਗਾ ਸੀਗਾ। ਪਰ ਜਦੋਂ ਬਾਬਾ ਕਾਲੂ ਜੀ ਜਦ ਘਰ ਆਏ ਆ, ਘਰ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਸੋਚਣ ਲੱਗੇ ਆ, ਸੋਚਦੇ ਬਾਬਾ ਕਾਲੂ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਨਾ ਵੀ ਇਹਨਾਂ ਦਾ ਕਿਸੇ ਵੀ ਕੰਮ 'ਤੇ ਦਿਲ ਨਹੀਂ ਲੱਗਦਾ, ਚੱਲ ਹੋਵੇ ਨਾ ਹੋਵੇ ਤਾਂ ਮੈਂ ਇਹਨਾਂ ਨੂੰ ਹੈ ਨਾ ਖੇਤੀ ਦੇ ਕੰਮ ਦੇ ਵਿੱਚ ਪਾ ਦਿਆਂ। ਸੋ ਇਹ ਵਿਚਾਰ ਕੇ ਇੱਕ ਦਿਨ ਹੈ ਨਾ ਬਾਬਾ ਕਾਲੂ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਪਾਸ ਬੁਲਾਇਆ ਹੈਗਾ। ਪਾਸ ਬੁਲਾ ਕੇ ਬੜੇ ਪ੍ਰੇਮ ਦੇ ਨਾਲ ਇਹ ਸਾਰੀ ਗੱਲ ਉਹਨਾਂ ਦੇ ਨਾਲ ਸਾਂਝੀ ਕੀਤੀ ਆ ਕਿ ਕਿਵੇਂ ਜਿਹੜੇ ਹਨ ਨਾਲ ਦੇ ਪਿੰਡ ਦੇ ਵਾਸੀ ਹੈ ਜਾਂ ਪਰਿਵਾਰ ਹੈ, ਕਿਵੇਂ ਉਹਨਾਂ ਦੇ ਬੱਚੇ ਖੇਤੀ ਦੇ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਆ, ਆਪਣਾ ਨਾਂ ਰੋਸ਼ਨ ਕਰਦੇ ਆ, ਮਾਪਿਆਂ ਦਾ ਰੋਸ਼ਨ ਕਰਦੇ ਆ। ਤੇ ਤੁਸੀਂ ਵੀ ਇਹ ਕੰਮ ਦੇ ਵਿੱਚ ਆਪਣਾ ਦਿਲ ਲਗਾਓ ਤੇ ਤੁਹਾਡਾ ਖੇਤੀ ਕਰਕੇ ਤੇ ਤੁਹਾਡੇ ਮਨ ਦੇ ਵਿੱਚ ਜਿਹੜਾ ਉਤਸ਼ਾਹ ਹੈਗਾ ਕਾਰਜ ਦਾ ਹੋਰ ਵੀ ਵਧੇਗਾ ਤੇ ਘਰ ਦੇ ਵਿੱਚ ਉਪਜੀਵਕਾ ਵੀ ਆਏਗੀ ਤੇ ਸਾਡੇ ਵੀ ਦਿਲ ਨੂੰ ਠੰਡਕ ਪਵੇਗੀ। ਜਦ ਇਸ ਤਰ੍ਹਾਂ ਦੇ ਨਾ ਕਈ ਬਚਨ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਤਾ ਦੇ ਸਾਰੇ ਬਚਨਾਂ ਨੂੰ ਚੁੱਪ ਕਰਕੇ ਸੁਣਦੇ ਰਹੇ ਆ। ਪਰ ਅਗਲੀ ਸਵੇਰ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਕਹਿ ਕੇ ਖੇਤਾਂ ਵੱਲ ਭੇਜ ਦਿੱਤਾ ਕਿ ਤੁਸੀਂ ਜਾ ਕੇ ਉੱਥੇ ਹਲ ਜੋੜੋ ਤਾਂ ਖੇਤ ਵਾਹੋ ਤੇ ਮੈਂ ਨੌਕਰ ਦੇ ਕੋਲ ਆ ਕੇ ਕੁਛ ਬੀਜ ਭੇਜਾਂਗਾ, ਤੁਸੀਂ ਉਹਨੂੰ ਖੇਤ ਦੇ ਵਿੱਚ ਬੋ ਦਿਓ। ਇਹ ਸੋਚ ਕੇ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕ ਨੌਕਰ ਦੇ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੌਕਰ ਦੇ ਨਾਲ ਖੇਤ 'ਚ ਗਏ ਆ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਖੁਸ਼ੀ ਦੇ ਵਿੱਚ ਖੇਤਾਂ ਵਿੱਚ ਹਾਲ ਵਾਹੁਣ ਲੱਗੇ। ਜਦ ਹਾਲ ਵਾਹੁਣ ਲੱਗੇ ਤਾਂ ਖੇਤੀ ਕਰਨੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਰੂ ਕੀਤੀ ਆ ਤੇ ਨਾਲ ਹੀ ਨੌਕਰ ਤੇ ਹੋਰ ਆਦਮੀ ਲੈ ਕੇ ਖੇਤ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੀਜ ਜਿਹੜਾ ਹੈਗਾ ਉਹ ਬੀਜਣਾ, ਫਿਰ ਪਾਣੀ ਲਾਉਣਾ, ਫਿਰ ਖੇਤੀ ਬੂਟੀਆਂ ਵਿੱਚੋਂ ਝਾੜੀਆਂ ਕੱਢ ਕੇ ਬੂਟੀਆਂ ਕੱਢ ਕੇ ਬਾਹਰ ਸਿੱਟਣੀਆਂ, ਖੇਤੀਆਂ ਹਰੀਆਂ ਭਰੀਆਂ ਹੋਣੀਆਂ। ਤੇ ਬਾਬਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖ ਕੇ ਬੜਾ ਖੁਸ਼ ਹੋ ਕੇ ਤੇ ਕਈ ਵਾਰ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚੁੰਮਣਾ ਹੈਗਾ ਤੇ ਮਨ 'ਚ ਇਹ ਖੁਸ਼ ਹੋਣਾ ਵੀ ਕਿਵੇਂ ਜਿਹੜਾ ਮੇਰਾ ਬੱਚਾ ਹੈਗਾ ਉਹ ਖੇਤੀ ਦੇ ਵਿੱਚ ਲੱਗ ਕੇ ਤਾਂ ਹੁਣ ਆਪਣੇ ਕੰਮ ਦੇ ਵਿੱਚ ਪੂਰਾ ਧਿਆਨ ਦੇ ਰਿਹਾ ਹੈਗਾ। ਪਰ ਇਸ ਤਰ੍ਹਾਂ ਕਰਦੇ
ਜਦ ਸਮਾਂ ਕੁਛ ਬੀਤਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਜਿਹੜੀ ਖੇਡ ਸੀਗੀ ਇਹ ਖੇਤੀਬਾੜੀ ਇਸ ਨੂੰ ਸੰਕੋਚ ਕੇ ਕੁਛ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਕਿ ਜਦੋਂ ਬਾਬਾ ਕਾਲੂ ਜੀ ਨੇ ਆਉਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣਾ ਕਿ ਤੁਹਾਡੀ ਖੇਤੀ ਹਰੀ ਭਰੀ ਹੋ ਗਈ ਆ, ਤੁਸੀਂ ਜਿੱਥੇ ਖੇਤੀ ਕਰਦੇ ਆ ਵਾਹੀ ਦਾ ਕੰਮ ਕਰਦੇ ਨਾਲ ਖੇਤੀ ਦੀ ਰਾਖੀ ਵੀ ਕਰੋ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਦ ਫਸਲਾਂ ਜਿਹੜੀਆਂ ਜੋਬਨ 'ਤੇ ਆ ਜਾਣੀਆਂ ਪੂਰੀਆਂ ਧਾਨ ਦੇ ਨਾਲ ਭਰ ਜਾਣੀਆਂ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਜਗ੍ਹਾ ਬੈਠ ਕੇ ਰੱਬ ਦੀ ਬੰਦਗੀ ਵਿੱਚ ਬਹਿ ਜਾਣਾ। ਪਰ ਬਾਹਰੋਂ ਆ ਕੇ ਜਿੰਨੇ ਜਾਨਵਰ ਸੀਗੇ ਗਾਈਆਂ ਮੱਝਾਂ ਜਾਂ ਹਿਰਨ ਜਾਂ ਸੂਰ ਹੋਰ ਜਾਨਵਰ ਆ ਕੇ ਖੇਤੀ ਵਿੱਚ ਬਣਨੇ ਸ਼ੁਰੂ ਹੋ ਜਾਣੇ ਅਤੇ ਉਹਨਾਂ ਨੇ ਖੇਤੀ ਵਿੱਚ ਬੈਠ ਕੇ ਖੇਤੀ ਸਾਰੀ ਜਾੜ ਦੇਣੀ। ਅਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਜਾਨਵਰ ਨੂੰ ਕੁਛ ਨਹੀਂ ਕਹਿਣਾ, ਆਪ ਬੰਦਗੀ ਵਿੱਚ ਬੈਠੇ ਰਹਿਣਾ, ਨਾ ਖੇਤ ਵੱਲ ਕਦੀ ਧਿਆਨ ਨਹੀਂ ਦੇਣਾ। ਜਦ ਇੱਕ ਵਾਰ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਦੇਖਿਆ ਕਿ ਕਿਵੇਂ ਬਾਹਰਲੇ ਜਾਨਵਰ ਖੇਤੀ ਜਾੜਦੇ ਆ, ਪਰ ਗੁਰੂ ਨਾਨਕ ਸਾਹਿਬ ਕਿਸੇ ਵੀ ਜਾਨਵਰ ਨੂੰ ਖੇਤੀ ਵਿੱਚੋਂ ਬਾਹਰ ਨਹੀਂ ਕੱਢਦੇ। ਇਹ ਸੋਚ ਕੇ ਫਿਰ ਇੱਕ ਦਿਨ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਹੁਤ ਝਾੜਾਂ ਪਾਈਆਂ ਕਿ ਤੁਸੀਂ ਦੇਖੋ ਖੇਤੀ ਦੀ ਰਾਖੀ ਕਰਦੇ ਹੋ ਕਿ ਖੇਤੀ ਖੁਦ ਜਾੜਦੇ ਹੋ। ਇਸ ਤਰ੍ਹਾਂ ਕਰ ਕਰਕੇ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਈ ਵਾਰੀ ਤਾੜਨਾ ਕਰਨੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਜੀ ਦੀਆਂ ਇਹ ਗੱਲਾਂ ਸੁਣ ਕੇ ਚੁੱਪ ਕਰਨਾ। ਤਾਂ ਫਿਰ ਬਾਬਾ ਕਾਲੂ ਜੀ ਨੂੰ ਜਾਣੀ ਇਸ ਗੱਲ ਦਾ ਜਿਹੜਾ ਹੈ ਨਾ ਪਤਾ ਲੱਗ ਜਾਣਾ ਕਿ ਮੇਰਾ ਬੱਚਾ ਜਿਹੜਾ ਖੇਤੀ ਤਾਂ ਜ਼ਰੂਰ ਕਰਦਾ ਹੈ ਪਰ ਖੇਤੀ ਦੀ ਰਾਖੀ ਕਰਨੀ ਨਹੀਂ ਆਉਂਦੀ ਹੈਗੀ। ਸੋ ਇਸ ਤਰ੍ਹਾਂ ਹੈ ਨਾ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਸ ਬੇਪਰਵਾਹੀ ਤੋਂ ਆਪ ਬੜਾ ਜਾਣੀ ਭੈਭੀਤ ਹੋ ਜਾਣਾ, ਸੋਚਣ ਲੱਗ ਪੈਣਾ ਕਿ ਮੇਰਾ ਬੱਚਾ ਇੱਕੋ ਇੱਕ ਹੈ, ਅਗਰ ਉਹ ਇਸ ਤਰ੍ਹਾਂ ਖੇਤੀ ਵੱਲ ਧਿਆਨ ਨਹੀਂ ਦੇਗਾ, ਕੰਮਾਂ ਕਾਰਾਂ ਵੱਲ ਧਿਆਨ ਨਹੀਂ ਦੇਗਾ, ਫਿਰ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ। ਪਰ ਉੱਧਰ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਜਿਹੜੀ ਬਾਲ ਲੀਲਾ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਵਾਰ ਇਸੇ ਤਰ੍ਹਾਂ ਨਾ ਇੱਕ ਦਰੱਖਤ ਦੇ ਥੱਲੇ ਲੰਬੇ ਪਏ ਸੀ। ਜਦ ਲੰਮੇ ਪਏ ਸੀ ਤਾਂ ਉੱਧਰੋਂ ਰਾਏ ਬੁਲਾਰ ਮਹਾਰਾਜ ਫਿਰ ਆਪਣੇ ਨੌਕਰਾਂ ਚਾਕਰਾਂ ਦੇ ਨਾਲ ਜਦ ਉਸ ਰਸਤੇ ਥਾਣੀ ਲੰਘੇ ਤਾਂ ਕੀ ਦੇਖਿਆ ਕਿ ਸਮਾਂ ਪਾ ਕੇ ਜਿਹੜਾ ਬਾਕੀ ਦਰੱਖਤਾਂ ਦਾ ਪਰਛਾਵਾਂ ਸੀਗਾ ਉਹ ਢਲ ਕੇ ਦੂਜੇ ਪਾਸੇ ਚਲਾ ਗਿਆ ਸੀਗਾ। ਪਰ ਜਿਸ ਬ੍ਰਿਕਸ਼ ਦੇ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਲੇਟੇ ਸੀਗੇ ਉਸ ਬ੍ਰਿਕਸ਼ ਦਾ ਜਿਹੜਾ ਪਰਛਾਵਾਂ ਸੀਗਾ ਹੈ ਨਾ ਉਹ ਬਿਲਕੁਲ ਉਲਟ ਦੂਸਰਿਆਂ ਪਰਛਾਵਾਂ ਨਾਲੋਂ ਉਲਟ ਦਿਸ਼ਾ 'ਚ ਜਿੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਲੇਟੇ ਹੋਏ ਸੀ ਉਹਨਾਂ ਦੇ ਉੱਪਰ ਆਪਣੀ ਸੰਘਣੀ ਛਾਂ ਦੇ ਨਾਲ ਪੈ ਰਿਹਾ ਸੀਗਾ। ਜਦ ਰਾਏ ਬੁਲਾਰ ਜੀ ਨੇ ਇਹ ਜਿਹੜਾ ਹੈ ਨਾ ਪ੍ਰਤੱਖ ਕੌਤਕ ਸੀਗਾ ਆਪਣੇ ਅੱਖੀਂ ਡਿੱਠਾ ਸੀਗਾ ਅਤੇ ਆਪ ਰਾਏ ਬੁਲਾਰ ਬੜਾ ਚਕਰਿਤ ਹੋਇਆ ਸੀਗਾ। ਉਹਦੇ ਨਾਲ ਦੇ ਨੌਕਰ ਵੀ ਦੇਖ ਕੇ ਹੈਰਾਨ ਸੀਗੇ। ਪਰ ਰਾਏ ਬੁਲਾਰ ਮਹਾਰਾਜ ਮਨ 'ਚ ਸੋਚਣ ਲੱਗੇ ਆ ਕਿ ਜਿਵੇਂ ਇੱਕ ਚਿੱਟੇ ਦੁਧੀਆ ਰੰਗ ਦੇ ਨਾਗ ਨੇ ਗੁਰੂ ਨਾਨਕ ਸਾਹਿਬ ਮਹਾਰਾਜ 'ਤੇ ਪਹਿਲਾਂ ਛਾਂ ਕੀਤੀ ਸੀਗੀ, ਪਰ ਇਸ ਤਰ੍ਹਾਂ ਇਹ ਜਿਹੜਾ ਦਰੱਖਤ ਹੈਗਾ ਇਹ ਤਾਂ ਨਿਰਜੀਵ ਪ੍ਰਾਣੀ ਹੈਗਾ। ਦੇਖੋ ਇਹਦੀ ਵੀ ਛਾਂ ਜਿਹੜੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਤੇ ਚਿਹਰੇ 'ਤੇ ਉਸੇ ਤਰ੍ਹਾਂ ਭਰਪੂਰ ਪੈ ਰਹੀ ਸੀ ਜਿਵੇਂ ਪਹਿਲਾਂ ਨਾਗ ਦੀ ਪੈ ਰਹੀ ਸੀ। ਜਦ ਕਿ ਨਾਲ ਦੇ ਜਿੰਨੇ ਵੀ ਹੋਰ ਬ੍ਰਿਕਸ਼ ਹੈ ਦਰੱਖਤ ਹੈ ਉਹਨਾਂ ਦੇ ਪਰਛਾਵੇਂ ਉਲਟ ਦਿਸ਼ਾ ਨੂੰ ਪੈ ਰਹੇ ਆ, ਪਰ ਇਹਦਾ ਪਰਛਾਵਾਂ ਗੁਰੂ ਨਾਨਕ ਸਾਹਿਬ ਮਹਾਰਾਜ 'ਤੇ ਜਿਸ ਤਰ੍ਹਾਂ ਪਹਿਲਾ ਸੀਗਾ ਪਹਿਲੇ ਪੈਰ ਦੇ ਵਿੱਚ ਪੈ ਰਿਹਾ ਸੀ ਉਸੇ ਤਰ੍ਹਾਂ ਹੁਣ ਵੀ ਇਹ ਪੂਰੇ ਦਰੱਖਤ ਦਾ ਪਰਛਾਵਾਂ ਗੁਰੂ ਨਾਨਕ ਸਾਹਿਬ ਮਹਾਰਾਜ 'ਤੇ ਪੈ ਰਿਹਾ ਸੀ। ਸੋ ਇਹ ਪ੍ਰਤੱਖ ਕੌਤਕ ਲੀਲਾ ਦੇਖ ਕੇ ਰਾਏ ਬੁਲਾਰ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਜਦ ਮੱਥਾ ਟੇਕਿਆ ਅਤੇ ਉਸ ਟਾਈਮ ਫਿਰ ਬਾਬੇ ਨਾਨਕ ਜੀ ਦੀ ਅੱਖ ਖੁੱਲ੍ਹੀ ਆ। ਉਹਨਾਂ ਨੇ ਰਾਏ ਬੁਲਾਰ ਜੀ ਨੂੰ ਆਪਣੇ ਕੋਲ ਜਦ ਦੇਖਿਆ ਹੈਗਾ ਅਤੇ ਬਾਬੇ ਨਾਨਕ ਨੇ ਰਾਏ ਬੁਲਾਰ ਜੀ ਦੇ ਹੱਥ ਜਿਹੜੇ ਸੀਗੇ ਆਪ ਫੜ ਲਏ ਸੀਗੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਪਿਆਰ ਅਤੇ ਸ਼ਰਧਾ ਦੇ ਵਿੱਚ ਮੱਥਾ ਟੇਕਣ ਤੋਂ ਰੋਕਿਆ ਸੀਗਾ। ਪਰ ਰਾਏ ਬੁਲਾਰ ਜਿਹੜੇ ਸੀਗੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦੂਸਰੀ ਵਾਰੀ ਕੌਤਕ ਦੇਖ ਕੇ ਆਪ ਹੀ ਮਨ ਬਹੁਤ ਗਦਗਦ ਹੋਏ ਸੀ ਅਤੇ ਮਨ ਦੇ ਵਿੱਚ ਇਹ ਇੱਛਾ ਧਾਰਨ ਕੀਤੀ ਸੀਗੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹਨ ਜਦੋਂ ਸਮਾਂ ਆਊਗਾ ਸਮੇਂ ਆਏ ਅਤੇ ਫਿਰ ਇਹ ਆਪਣੀ ਜਿਹੜੀ ਨੇ ਬਾਲ ਲੀਲਾ ਜਿਹੜੀ ਇਹ ਗੁਪਤ ਰੱਖਦੇ ਆ, ਸਮੇਂ ਆਏ ਅਤੇ ਫਿਰ ਪ੍ਰਗਟ ਕਰਨਗੇ। ਸੋ ਜਦ ਰਾਏ ਬੁਲਾਰ ਜੀ ਘਰ ਗਏ ਆ ਉਹਨਾਂ ਨੇ ਘਰ ਜਾ ਕੇ ਫਿਰ ਬਾਬਾ ਕਾਲੂ ਜੀ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਸੀਗਾ ਅਤੇ ਬੁਲਾ ਕੇ ਬਾਬਾ ਕਾਲੂ ਜੀ ਨੂੰ ਇਹ ਜਿਹੜੇ ਦਰੱਖਤ ਦੀ ਘਟਨਾ ਸੀ ਨਾ ਛਾਂ ਦੀ ਇਹ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਨੇ ਆਪ ਦੱਸੀ ਸੀ। ਪਰ ਕਿਉਂਕਿ ਬਾਬਾ ਕਾਲੂ ਜੀ 'ਤੇ ਮਾਇਆ ਦਾ ਜਿਹੜਾ ਪ੍ਰਭਾਵ ਸੀਗਾ ਉਹ ਪਹਿਲਾਂ ਦੀ ਤਰ੍ਹਾਂ ਜਿਉਂਦਾ ਤੋਂ ਹੀ ਸੀਗਾ, ਪਰ ਸਾਰੀ ਗੱਲ ਨੂੰ ਸੁਣੀ ਅਣਸੁਣੀ ਕਰਕੇ ਪਰ ਬਾਬਾ ਕਾਲੂ ਜੀ ਤਾਂ ਉੱਥੋਂ ਚਲੇ ਗਏ। ਪਰ ਇੱਧਰ ਰਾਏ ਬੁਲਾਰ ਜਿਹੜੇ ਸੀਗੇ ਬੜੇ ਪ੍ਰਸੰਨ ਹੋਏ ਆ। ਉਹਨਾਂ ਨੇ ਬਾਬਾ ਕਾਲੂ ਜੀ ਨੂੰ ਇੱਥੋਂ ਤੋਂ ਕਿਹਾ ਸੀਗਾ ਕਿ ਤੁਸੀਂ ਆਪਣੇ ਬੱਚੇ ਨੂੰ ਕਦੀ ਮੰਦਾ ਨਹੀਂ ਬੋਲਣਾ, ਅਗਰ ਕਿ ਤੇਰੇ ਘਰ ਦਾ ਕਿਸੇ ਚੀਜ਼ ਦਾ ਕੋਈ ਵੀ ਨੁਕਸਾਨ ਕਰਦਾ ਹੈ ਨਾ ਉਹ ਸਾਰੇ ਨੁਕਸਾਨ ਦਾ ਹਰਜਾਨਾ ਹੈ ਨਾ ਮੈਂ ਆਪ ਖੁਦ ਦੇਵਾਂਗਾ। ਇਹ ਸੋਚ ਕੇ ਫਿਰ ਰਾਏ ਬੁਲਾਰ ਜਿਹੜੇ ਸੀਗੇ ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਵਾਸਤੇ ਹੋਰ ਵੀ ਤਤਪਰ ਹੋ ਗਏ। ਉਹਨਾਂ 'ਤੇ ਹੋਰ ਵੀ ਡੂੰਘੀ ਸ਼ਰਧਾ ਰੱਖ ਕੇ ਬਿਲਕੁਲ ਸ਼ਰਧਾਵਾਨ ਹੋ ਗਏ ਸੀਗੇ।
ਪਰ ਇੱਧਰੋਂ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਸੀ ਨੇ ਆਪਣੀ ਲੀਲਾ ਨੂੰ ਸੰਕੋਚਦੇ ਹੋਏ ਆਪ ਬਿਲਕੁਲ ਆਪਣਾ ਜਿਹੜੇ ਸੀ ਆਪਣੇ ਆਪ ਨੂੰ ਬਿਲਕੁਲ ਮੌਨ ਬਣਾ ਲਿਆ। ਕੋਈ ਵੀ ਆਉਂਦਾ ਜਾਂਦਾ ਸੀਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਕਰਦੇ, ਨਾ ਕਿਸੇ ਨਾਲ ਬੋਲਦੇ ਸੀ। ਅਗਰ ਮਾਤਾ ਜੀ ਵੀ ਆਉਂਦੇ ਸੀਗੇ ਤਾਂ ਵੀ ਕੋਈ ਬਚਨ ਬਲਾਸ ਨਹੀਂ ਸੀ ਕਰਦੇ, ਨਾ ਜਿਹੜਾ ਟਾਈਮ ਨਾਲ ਖਾਂਦੇ ਸੀ, ਨਾ ਕੁਛ ਪੀਂਦੇ ਸੀ, ਨਾ ਕੱਪੜਾ ਜਿਹੜਾ ਪਾਉਂਦੇ ਸੀਗੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਆਪਣੇ ਆਪ ਨੂੰ ਬਿਲਕੁਲ ਅਲੱਗ ਕਰ ਲਿਆ ਸੀ ਸਾਰੇ ਪਰਿਵਾਰ ਤੋਂ। ਜਦ ਇਹ ਬਿਰਤੀ ਜਿਹੜੀ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਰਿਆਂ ਨੇ ਪਰਿਵਾਰ ਨੇ ਦੇਖੀ, ਸਾਰੇ ਪਰਿਵਾਰ ਬੜੇ ਚਿੰਤਤ ਹੋਣ ਲੱਗੇ। ਪਰ ਕਿਸੇ ਨੇ ਆ ਕੇ ਬਾਬਾ ਕਾਲੂ ਜੀ ਨੂੰ ਇਹ ਸਲਾਹ ਦਿੱਤੀ ਆ ਕਿ ਹੋਵੇ ਨਾ ਹੋਵੇ, ਸਾਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਵੇਂ ਬਾਬੇ ਨਾਨਕ ਨੂੰ ਕਿਸੇ ਨਾ ਕਿਸੇ ਜਿਹੜਾ ਨਾ ਰੋਗ ਨੇ ਘੇਰ ਲਿਆ ਹੋਵੇ। ਸੋ ਇਹ ਵਿਚਾਰ ਕਰਕੇ ਸਾਰਿਆਂ ਨੇ ਇਹ ਸਲਾਹ ਕੀਤੀ ਕਿ ਹੋਵੇ ਨਾ ਹੋਵੇ ਕੋਈ ਐਸਾ ਵੈਦ ਬੁਲਾਈਏ ਜਿਹੜਾ ਵੈਦ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਸ ਬਿਮਾਰੀ ਨੂੰ, ਰੋਗ ਨੂੰ ਦੇਖ ਕੇ ਹੈ ਨਾ ਇਹਨਾਂ ਨੂੰ ਤੰਦਰੁਸਤ ਕਰ ਦੇਵੇ। ਸੋ ਇਹ ਵਿਚਾਰ ਬਣਾ ਕੇ ਹੈ ਨਾ ਸਾਰਿਆਂ ਨੇ ਬਾਬਾ ਕਾਲੂ ਜੀ ਨੂੰ ਦੇ ਨਾਲ ਸਲਾਹ ਕੀਤੀ। ਫਿਰ ਬਾਬਾ ਕਾਲੂ ਜੀ ਨੇ ਆਪਣੇ ਛੋਟੇ ਭਰਾ ਬਾਬਾ ਲਾਲੂ ਜੀ ਨੂੰ ਕੋਲ ਸੱਦ ਕੇ ਇਹ ਸਾਰੀ ਘਟਨਾ ਜਿਹੜੀ ਸੀ ਦੱਸੀ ਸੀ, ਅਤੇ ਨਾਲ ਇਹ ਕਿਹਾ ਸੀਗਾ ਕਿ ਤੁਸੀਂ ਇੱਕ ਚੰਗਾ ਵੈਦ ਲਿਆ ਕੇ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੁਸੀਂ ਇਹ ਦਿਖਾਓ ਕਿ ਉਹਨਾਂ ਨੂੰ ਅਸਲ ਦੇ ਵਿੱਚ ਰੋਗ ਹੈ ਕੀ ਆ, ਕਿ ਉਹ ਕਿਸੇ ਕਦੇ ਨਾ ਬੋਲਦੇ ਨਹੀਂ, ਨਾ ਕੁਛ ਟਾਈਮ ਨਾ ਖਾਂਦੇ, ਨਾ ਪੀਂਦੇ, ਨਾ ਸੌਂਦੇ ਆ, ਪੂਰਾ ਦਿਨ ਇਸੇ ਤਰ੍ਹਾਂ ਜਿਹੜੇ ਹੈ ਨਾ ਉਹ ਲੰਮੇ ਪੈ ਰਹਿੰਦੇ ਚੁੱਪ ਚਪੀਤੇ ਨਗਰ ਤੋਂ ਬਾਹਰ ਇੱਕ ਦਰੱਖਤ ਦੇ ਥੱਲੇ। ਤੁਸੀਂ ਜਾ ਕੇ ਕਿਸੇ ਵੈਦ ਨੂੰ, ਚੰਗੇ ਹਕੀਮ ਨੂੰ ਸੱਦ ਕੇ ਉਹਨਾਂ ਦੀ ਹੈ ਨਾ ਇਹ ਸਾਰੀ ਜਿਹੜੀ ਹੈ ਇਹ ਰੋਗ ਦੀ ਜੋ ਕਿਰਿਆ ਹੈਗੀ ਆ ਇਹਨੂੰ ਪਕੜ ਕੇ ਉਹਨੂੰ ਚੰਗੀ ਦਵਾਈ ਦਵਾਓ। ਜਦੋਂ ਫਿਰ ਵੈਦ ਬੁਲਾਇਆ ਗਿਆ, ਜਦ ਵੈਦ ਆਇਆ ਹੈਗਾ, ਵੈਦ ਨੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਲੰਮੇ ਪਏ ਸੀ, ਜਦ ਵੈਦ ਉੱਥੇ ਪਹੁੰਚਿਆ ਹੈਗਾ, ਉਸਨੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦ ਦਰਸ਼ਨ ਕੀਤੇ ਆ, ਦਰਸ਼ਨ ਕਰਕੇ ਫਿਰ ਵੈਦ ਨੇ ਹੈ ਨਾ ਆਪਣੇ ਹਿਸਾਬ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਂਹ ਫੜ ਕੇ, ਨਬਜ਼ ਫੜ ਕੇ ਜਦ ਰੋਗ ਨੂੰ ਪਛਾਣਨਾ ਚਾਹਿਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੈਦ ਦੇ ਹੱਥੋਂ ਆਪਣੀ ਬਾਂਹ ਪਿੱਛੇ ਖਿੱਚ ਕੇ ਹੈ ਨਾ ਫਿਰ ਵੈਦ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੈ ਨਾ ਇਹ ਸ਼ਬਦ ਜਿਹੜਾ ਸੀਗਾ ਇਹ ਸੁਣਾਇਆ ਸੀਗਾ। ਬਾਬੇ ਜੀ ਨੇ ਇਹ ਸ਼ਬਦ ਦੱਸਿਆ ਸੀਗਾ ਕਿ ਵੈਦ ਬੁਲਾਇਆ ਵੈਦ ਕੀ ਪਕੜ ਢੰਢੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹ। ਭਾਵ ਕਿ ਇਹ ਸ਼ਬਦ ਦੇ ਕੇ ਵੈਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਭਾਈ ਦਰਅਸਲ ਗੱਲ ਇਹ ਹੈ ਕਿ ਤੂੰ ਆਪਣੇ ਆਪ ਨੂੰ ਵੈਦ ਕਹਾਉਂਦਾ ਹੈਗਾ, ਦੂਸਰਿਆਂ ਦੀ ਨਬਜ਼ਾਂ ਨੂੰ ਪਛਾਣ ਕੇ ਰੋਗ ਦੱਸਦਾ ਹੈਗਾ, ਪਰ ਜਿਹੜਾ ਤੈਨੂੰ ਆਪਣੇ ਨੂੰ ਰੋਗ ਲੱਗਾ ਹੈਗਾ ਉਹਦੀ ਤੈਨੂੰ ਪਛਾਣ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੈਦ ਦੇ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ ਤਾਂ ਫਿਰ ਵੈਦ ਜਿਹੜਾ ਸੀ ਉਹ ਬੜਾ ਹੈਰਾਨ ਹੋਇਆ ਸੀਗਾ। ਫਿਰ ਵੈਦ ਨੇ ਬਾਬੇ ਨੂੰ ਪੁੱਛਿਆ ਸੀਗਾ ਕਿ ਮੈਨੂੰ ਕਿਹੜਾ ਰੋਗ ਹੈ, ਮੈਂ ਤਾਂ ਵੈਦ ਹਾਂ। ਪਰ ਵੈਦ ਨੇ ਕਿਹਾ ਸੀਗਾ ਕਿ ਤੁਹਾਨੂੰ ਹੁਣ ਜਿਹੜਾ ਹਉਮੈ ਦਾ ਰੋਗ ਲੱਗਾ ਹੈ ਕਿ ਮੈਂ ਵੱਡਾ ਵੈਦ ਹਾਂ। ਜਿਵੇਂ ਬਾਣੀ ਕਹਿੰਦੀ ਆ ਕਿ ਵੈਦ ਕਹਿਤਾ ਹੂੰ ਹੀ ਭਲਾ ਦਾਰੂ ਮੇਰੇ ਵਸ, ਇਹ ਤੋਂ ਬਸਤ ਗੋਪਾਲ ਕੀ ਜਬ ਚਾਹੇ ਲੈ ਕਸ। ਸੋ ਕਹਿਣ ਤੋਂ ਭਾਵ ਇਹ ਹੈ ਕਿ ਤੈਨੂੰ ਹਉਮੈ ਦਾ ਰੋਗ ਲੱਗਾ ਹੈਗਾ, ਅਤੇ ਇਹ ਜਿਹੜਾ ਹਉਮੈ ਦਾ ਰੋਗ ਲੱਗਾ ਹੈਗਾ ਇਹ ਅੱਜ ਦਾ ਨਹੀਂ, ਇਹ ਦੀਰਘ ਪੁਰਾਣਾ ਰੋਗ ਹੈਗਾ, ਜਨਮਾਂ ਜਮਾਂਤਰਾਂ ਦਾ ਰੋਗ ਹੈਗਾ, ਅਤੇ ਇਹ ਰੋਗ ਜਿਹੜਾ ਹੈ ਨਾ ਕਿਸੇ ਦਵਾਈ ਨਾਲ ਦੂਰ ਨਹੀਂ ਹੁੰਦਾ ਹੈਗਾ। ਸੋ ਜਦ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੈਦ ਦੇ ਨਾਲ ਕੀਤੀ ਸੀਗੀ, ਉਹ ਵੈਦ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਗੱਲ ਸੁਣ ਕੇ ਆਪ ਬੜਾ ਤੰਗ ਹੋਇਆ ਸੀਗਾ ਕਿ ਇਹੋ ਜਿਹੀ ਤਾਂ ਵਿਚਾਰ ਕਿਸੇ ਨੇ ਮੇਰੇ ਨਾਲ ਸਾਂਝੀ ਨਹੀਂ ਕੀਤੀ ਹੈਗੀ ਆ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੈਦ ਨੂੰ ਜਿਹੜਾ ਸਮਝਾਉਂਦਾ ਇਹ ਕਿਹਾ ਸੀਗਾ ਕਿ ਮਮਤਾ ਜਿਹੜੀ ਹੈ ਨਾ ਅਤੇ ਜਿਹੜਾ ਹਉਮੈ ਦਾ ਬੱਸਾ ਹੈਗਾ, ਅਸਲ ਦੇ ਵਿੱਚ ਮਮਤਾ ਅਤੇ ਹਉਮੈ ਇਹ ਸਾਰੇ ਹੈ ਨਾ ਰੋਗਾਂ ਦੀ ਜੜ੍ਹ ਹੈਗੀ ਆ। ਇਹ ਕਿਸੇ ਦਵਾਈ ਦੇ ਨਾਲ ਇਹ ਰੋਗ ਦੂਰ ਨਹੀਂ ਹੁੰਦਾ ਹੈਗਾ। ਇਹ ਰੋਗ ਉਦੋਂ ਦੂਰ ਹੁੰਦਾ ਹੈਗਾ ਜਦੋਂ ਇਨਸਾਨ ਜਿਹੜਾ ਹੈ ਨਾ ਉਸ ਪਰਮਾਤਮਾ ਦੇ ਨਾਲ ਜੁੜਦਾ ਹੈਗਾ, ਉਸ ਰੱਬ ਨਾਲ ਜੁੜਦਾ ਹੈ, ਉਸ ਵਾਹਿਗੁਰੂ ਨਾਲ ਜੁੜਦਾ ਹੈਗਾ। ਸੋ ਇਸ ਤਰ੍ਹਾਂ ਇਹ ਜਿਹੜੀ ਵਿਚਾਰ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਵੈਦ ਜੀ ਦੇ ਨਾਲ ਚੱਲੀ ਸੀਗੀ। ਇਹ ਜਿਹੜੀ ਵਿਚਾਰ ਸੀਗੀ ਇਹ ਬਹੁਤ ਹੀ ਗਿਆਨਵਾਨ ਵਿਚਾਰ ਹੈ। ਭਾਵ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਣੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਅਸਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਵੇਂ ਵਿਸ਼ੇ ਵਿਕਾਰ ਵਾ, ਲਾਲਚ ਵਾ, ਇਹ ਜਿਹੜੇ ਵਿਸ਼ੇ ਵਿਕਾਰ ਅਤੇ ਲਾਲਚ ਹਨ ਇਹ ਚਰਪਟੇ ਪਦਾਰਥ ਹੁੰਦੇ ਆ। ਇਹ ਚਰਪਟ ਪਦਾਰਥ ਜਿਹੜੇ ਹਨ ਇਹ ਇਨਸਾਨ ਨੂੰ ਹਾਨੀ ਪਹੁੰਚਾਉਂਦੇ ਆ ਅਤੇ ਜਿਹਦੇ ਨਾਲ ਹੈ ਨਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਸਧਾਰਨ ਤੌਰ 'ਤੇ ਲੱਗ ਜਾਂਦੀਆਂ ਹੈਗੀਆਂ। ਸੋ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੈਦ ਦੇ ਨਾਲ ਇਹ ਵਿਚਾਰ ਕਰਦਿਆਂ ਆਖਿਆ ਸੀਗਾ ਕਿ ਕਾਮ, ਕ੍ਰੋਧ ਅਤੇ ਮੋਹ ਇਹ ਜਿਹੜੇ ਹਨ ਇਹ ਤਿੰਨ ਵੱਡੇ ਰੋਗ ਹੈਗੇ ਆ। ਇਹ ਕੀ ਹੈ? ਇੱਕ ਤਾਂ ਹੈਗਾ ਬਾਦੀ, ਪਿੱਤ ਅਤੇ ਬਲਗਮ। ਕਾਮ, ਕ੍ਰੋਧ ਅਤੇ ਮੋਹ ਜਿਹੜੇ ਹਨ ਇਹ ਤਿੰਨ ਵੱਡੇ ਰੋਗ ਹੈ। ਬਾਦੀ, ਪਿੱਤ ਅਤੇ ਇਹ ਬਲਗਮ ਦਾ ਰੂਪ ਹੈਗਾ। ਇਹ ਇਨਸਾਨ ਨੂੰ ਜਿਹੜੇ ਹਨ ਬੜੇ ਇਹ ਦੁੱਖ ਦਿੰਦੇ ਹੈਗੇ ਆ।
ਸੋ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਸਤਿਗੁਰ ਦੇ ਵਚਨ ਹੈਗੇ ਆ, ਸਤਿਗੁਰ ਦੇ ਵਚਨ ਇਹ ਜਿਵੇਂ ਅਸੀਂ ਤਾਂਬਾ ਮਾਰਦੇ ਆ, ਇਹ ਮਰੇ ਹੋਏ ਤਾਂਬੇ ਦੀ ਦਵਾਈ ਹੈਗੀ ਆ, ਪੂੜੀ ਹੈਗੀ ਆ, ਇਹ ਮਰੇ ਹੋਏ ਤਾਂਬੇ ਦੀ ਪੂੜੀ ਸਤਿਗੁਰ ਦੇ ਬਚਨਾਂ ਦੇ ਨਾਲ ਜਿਹੜੇ ਕਾਮ ਕਰੋ, ਲੋਹ ਮੋਹ ਹੰਕਾਰ ਦੇ ਜਿਹੜੇ ਰੋਗ ਆ, ਬਾਦੀ ਪਿੱਤ ਤੇ ਬਲਗਮ, ਇਹ ਇਹਦੇ ਨਾਲ ਦੂਰ ਹੁੰਦੇ ਆ। ਸੋ ਅਗਲੇ ਰੋਗ ਦੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੈਦ ਦੇ ਨਾਲ ਕੀਤੀ ਸੀ ਕਿ ਇਹ ਜਿਹੜੀ ਪਰਾਈ ਨਿੰਦਾ ਹੈਗੀ ਆ, ਚੁਗਲੀ ਹੈਗੀ, ਅਸਲ ਦੇ ਵਿੱਚ ਇਹ ਉਲਟੀ ਦਾ ਰੋਗ ਹੈਗਾ। ਇਹ ਜਿਹੜੀ ਉਲਟੀ ਦਾ ਰੋਗ ਹੈ ਨਾ, ਇਹ ਇਹਦੇ ਨਾਲ ਹੀ ਠੀਕ ਹੋ ਸਕਦਾ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਬੁਰਾ ਸਮਝੇ। ਜਿਵੇਂ ਬਾਣੀ ਦਾ ਫਰਮਾਨ ਹੈ, ਕਬੀਰ ਹਮ ਸਭ ਤੇ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਕਿ ਜਿਹੜਾ ਆਪਣੇ ਆਪ ਨੂੰ ਨਿਰਮਾਣ ਸਮਝਦਾ ਹੈਗਾ, ਨੀਵਾਂ ਸਮਝਦਾ ਹੈਗਾ, ਉਹੀ ਬੰਦਾ ਜਿਹੜਾ ਨਾ ਪਰਾਈ ਨਿੰਦਾ, ਪਰਾਈ ਚੁਗਲੀ, ਇਹ ਜਿਹੜੇ ਉਲਟੀ ਦੇ ਰੋਗ ਹੈ ਇਹਨਾਂ ਤੋਂ ਬਚ ਸਕਦਾ ਹੈਗਾ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੈਦ ਨਾਲ ਕੀਤੀਆਂ ਸੀ, ਜਿਹਨੂੰ ਸੁਣ ਕੇ ਜਿਹੜਾ ਵੈਦ ਸੀ ਉਹ ਬਹੁਤ ਪ੍ਰਸੰਨ ਹੋਇਆ, ਮਨ 'ਚ ਸੋਚਣ ਲੱਗਾ ਕਿ ਮੇਰੇ ਜਿਹੜੇ ਹਨ ਸਭ ਤੋਂ ਵੱਡੇ ਭਾਗ ਹੈਗੇ ਆ, ਕਿਉਂਕਿ ਅੱਜ ਮੈਂ ਆਪ ਪ੍ਰਤੱਖ ਤੌਰ 'ਤੇ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਆ, ਉਸ ਅਕਾਲ ਦੇ ਜਿਹਦੇ ਬਾਰੇ ਮੈਂ ਕਦੀ ਸੁਣਿਆ ਸੀਗਾ, ਅੱਜ ਪ੍ਰਤੱਖ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਮੈਨੂੰ ਦਰਸ਼ਨ ਹੋਏ ਆ। ਸੋ ਵੈਦ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬੜੀ ਅਧੀਨਗੀ ਦੇ ਨਾਲ ਇਹ ਗੱਲ ਪੁੱਛੀ ਸੀਗੀ ਕਿ ਤੁਸੀਂ ਤਨ ਦੇ ਰੋਗ ਤਾਂ ਸਾਰੇ ਦੱਸ ਦਿੱਤੇ ਆ, ਹੁਣ ਤੁਸੀਂ ਮੇਰੇ ਮਨ ਦਾ ਰੋਗ ਵੀ ਦੂਰ ਕਰੋ। ਅਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀਗਾ ਕਿ ਤੁਸੀਂ ਭਾਈ ਸਤ ਸੰਗਤ ਕਰੋ, ਚੰਗੇ ਸਾਧੂਆਂ ਦੀ, ਚੰਗੇ ਮਹਾਂਪੁਰਖਾਂ ਦੀ। ਜਿਹੜੇ ਮਨੁੱਖ ਪੂਰਨ ਸਾਧੂਆਂ ਦੀ, ਪੂਰਨ ਸੰਤਾਂ ਦੀ ਸੰਗਤ ਕਰਦੇ ਆ ਅਤੇ ਉਹਨਾਂ ਦੇ ਬਚਨਾਂ ਨੂੰ ਆਪਣੇ ਮਨ 'ਚ ਧਾਰ ਕੇ ਕਮਾਉਂਦੇ ਆ, ਅਤੇ ਉਹਨਾਂ ਦੇ ਜਿੰਨੇ ਵੀ ਮਨ ਦੇ ਰੋਗ ਹਨ ਨਾ, ਇਹ ਸਾਰੇ ਹੀ ਦੂਰ ਹੋ ਜਾਂਦੇ ਆ। ਸੋ ਇਹੋ ਜਿਹੇ ਬਚਨ ਸੁਣ ਕੇ ਵੈਦ ਬੜੇ ਪ੍ਰਸੰਨ ਹੋਏ ਸੀ। ਫਿਰ ਉਹਨਾਂ ਨੇ ਆ ਕੇ ਬਾਬਾ ਕਾਲੂ ਜੀ ਨੂੰ ਦੱਸਿਆ ਸੀਗਾ ਕਿ ਤੁਹਾਡਾ ਲੜਕਾ ਜਿਹੜਾ ਹੈ ਨਾ, ਇਹ ਆਪ ਉਹ ਅੱਲਾ ਦਾ ਆਪ ਰੂਪ ਹੈਗਾ ਜਿਹੜਾ ਇਸ ਸੰਸਾਰ ਦੇ ਵਿੱਚ ਆਇਆ ਹੈਗਾ। ਇਸ ਨੇ ਇੱਕ ਨਹੀਂ ਅਨੇਕਾਂ ਪ੍ਰਾਣੀਆਂ ਦੇ, ਲੱਖਾਂ ਪ੍ਰਾਣੀਆਂ ਜਿਹੜੇ ਰੋਗ ਹਨ ਦੂਰ ਕਰਨੇ ਹੈਗੇ ਆ। ਸੋ ਇਹ ਗੱਲਾਂ ਜਦੋਂ ਉਸ ਵੈਦ ਨੇ ਬਾਬਾ ਕਾਲੂ ਜੀ ਨੂੰ ਦੱਸੀਆਂ ਸੀਗੀਆਂ, ਇਹ ਸਾਰੀਆਂ ਗੱਲਾਂ ਨੇ ਸੁਣਿਆ ਕਰਕੇ ਬਾਬਾ ਕਾਲੂ ਜੀ ਤਾਂ ਚੁੱਪ ਰਹੇ, ਪਰ ਵੈਦ ਜਿਹੜਾ ਸੀਗਾ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਉਸ ਨੇ ਫਿਰ ਆਪਣਾ ਲੋਕ ਵੀ ਸੁਖੀ ਬਣਾਇਆ ਸੀਗਾ ਤਾਂ ਪਰਲੋਕ ਵੀ ਸੁਖੀ ਬਣਾਇਆ ਸੀਗਾ। ਪਰ ਇੱਧਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਆਪਣੀ ਇਹ ਜਿਹੜੀ ਵਾਲ ਲੀਲਾ ਸੀ ਇਹਨੂੰ ਸੰਕੋਚਿਆ ਸੀਗਾ। ਸੰਕੋਚ ਕੇ ਫਿਰ ਪਹਿਲੇ ਵਾਂਗੂ ਹੀ ਜਿਹੜਾ ਹੈ ਨਾ ਆਪਣੇ ਘਰ ਦੇ ਜਾਂ ਦੁਨਿਆਵੀ ਕੰਮਾਂ ਦੇ ਵਿੱਚ ਫਿਰ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਸੋ ਫਿਰ ਹਾਲ ਹਜੇ ਇੰਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦਰਸ਼ਨਾਂ ਦੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।